सत श्री अकाल, स्वागत है। गौरव शुक्ला मैं हाँ तुहाडे नाल। शुरुआत वड्डी खबर दे नाल। बिना शर्त मीटिंग करने लई केंद्र तैयार है। कल हो सकती है केंद्र ते किसान आगुआं दे विचाले मुलाकात। अजे तक कोई लिखती सद्दा किसानां दे कोल नहीं पहुंचा। किसान जथेबंदियां कह रही ने लिखती सद्दा मिलण तो बाद ही करांगे विचार। शाम तक लिखती सद्दा मिलण दी उम्मीद जताई जा रही है। डकौंदा जथेबंदी दे वल्लों अमित शाह दे नाल फोन ते गलबात करन दा दावा जरूर किया गया है। सीधा तुहानूं लैके चलदे हां। बूटा सिंह भारतीय किसान यूनियन डकौंदा दे प्रधान इस समय साडे सहयोगी रोहित दे नाल मौजूद ने। सीधा रुख करदे हां रोहित ओवर टू यू। मेरे नाल बूटा सिंह जी ने। बूटा सिंह जी, कित्थे तुहाडी मुलाकात हुई है, किहड़े आगूआं नाल गलबात हुई और उन्होंने की भरोसा दिता? मैनू पंजाब भवन दे विच बुलाया गया सी। पंजाब भवन दे विच अमित शाह दा फोन आया सी। अमित शाह ने फोन ते मैनू पुछया कि बूटा सिंह तुसीं गलबात लई करन लई तैयार हो? असीं कहा भी गलबात लई बिल्कुल तैयार हां। कदे भी गलबात तो असीं भज्जे नहीं, ना भज्जांगे, पर शर्तां तहत नहीं गलबात होनी। तुसीं साडे ते कंडीशनां ला रहे हो कि पहला मतलब नागरिक भवन दे विच जाओ, सारे बॉर्डर खाली कर दिओ, सारी जनता नूं उत्थे ले जाओ, उदों दूसरे दिन गलबात होਊਗੀ। इदों पहलां जदों पंजाब दे विच बैठे सी असीं माल गड्डियां छड्डतियां सी, ट्रैक खाली करते सी, इन्हां ने गड्डियां चलाईਆਂ नहीं सी। उदों भी ये कह रहे सी कि जे पैसेंजर गड्डियां नाल ਚੱਲਣਗੀਆਂ फिर गलबात होਊਗੀ। ਅਸੀਂ उदों भी जवाब दिता सी इस गल नूं, हुण भी जवाब दिता। ਤਾਂ ਇਹ ਗੱਲ ਸਾਡੀ ਹੁਣ ਉਹਨਾਂ ਨੇ ਮੰਨ ਲਈ ਹੈ गलबात ਦੇ ਵਿੱਚ कि ठीक है कोई कंडीशन नहीं है कि तुसीं आओ गलबात लई। असीं कहा भी ठीक है कल नूं बुला लो 12 वजे तो बाद असीं आउण लई तैयार हाँ। सानूं सारियां जथेबंदियां नूं लिखती तौर ते भारत सरकार दा सद्दा पत्र भेजो। जदों सद्दा पत्र आऊगा असीं सारे दे सारे जिहड़े नुमाइंदे आ वो गलबात लई हाज़र होवांगे। ते नाल असीं उन्हां नूं इह गल कही है कि जिहड़ा निरंकारी भवन दे विच खुली जेल੍ਹ बनाई हुई है, 60-70 ट्रालियां उत्थे गईਆਂ होईਆਂ साਡੀਆਂ, ਉਹਨਾਂ ਦਾ ਜਿਹੜਾ ਆਉਣ ਜਾਣ ਦਾ ਰਸਤਾ ਖੋਲੋ। ਕੋਈ ਉਹਨਾਂ ਤੇ ਰੋਕ ਨਹੀਂ ਹੋਣੀ ਚਾਹੀਦੀ। ਕੋਈ ਉੱਥੇ ਬਹਿੰਦਾ ਬੈਠੇ, ਕਿਸੇ ਨੇ ਆਉਣਾ ਆਵੇ ਉਹਨਾਂ ਨੂੰ ਖੁੱਲ੍ਹ ਦਿਓ। ਉਹਨਾਂ ਨੇ ਕਿਹਾ ਕਿ ਹੁਣੀ ਮੈਂ ਡੀਜੀਪੀ ਨੂੰ ਕਹਿ ਦਿੰਦਾ ਕਿ ਇਹ ਖੁੱਲ੍ਹ ਹੋਊਗੀ, ਕੋਈ ਨਹੀਂ ਤੁਹਾਨੂੰ ਰੋਕੂਗਾ। ਇਹ ਗੱਲਬਾਤ ਹੋਈ ਆ ਸਾਡੀ ਉਹਨਾਂ ਦੇ। ਇਸ ਤੋਂ ਇਲਾਵਾ ਪੰਜਾਬ ਦੇ ਕੋਈ ਬੀਜੇਪੀ ਦੇ ਆਗੂ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ? ਨਹੀਂ, ਮੀਟਿੰਗ ਦੇ ਵਿੱਚ ਨਹੀਂ ਸੀ ਮੌਜੂਦ। ਉਹ ਗੱਲਬਾਤ ਉਹਨਾਂ ਨੇ ਕਰਾਈ ਸੀ ਪੰਜਾਬ ਦੇ ਨੁਮਾਇੰਦਿਆਂ ਨੇ। ਪੰਜਾਬ ਦੇ ਨੁਮਾਇੰਦਿਆਂ ਦੇ ਜ਼ਰੀਏ ਕੇਂਦਰ ਦੇ ਨਾਲ ਗੱਲਬਾਤ ਹੋਈ ਹੈ ਔਰ ਕੀ ਲੱਗ ਰਿਹਾ, ਕਿਉਂਕਿ ਜਦੋਂ ਤੁਹਾਡੀ ਮੁਲਾਕਾਤ ਹੋਈ ਹੈ ਫੋਨ ਦੇ ਜ਼ਰੀਏ ਚਾਹੇ ਹੋਈ ਹੈ, ਉਹ ਰੁਖ ਕਿੱਦਾਂ ਦਾ ਲੱਗ ਰਿਹਾ ਸੀ ਕੇਂਦਰ ਸਰਕਾਰ ਦਾ? ਦੇਖੋ ਰੁਖ ਪਹਿਲਾਂ ਦੇ ਮੁਕਾਬਲੇ ਜਿੰਨਾ ਦਬਾਅ ਬਣ ਗਿਆ, ਪਹਿਲਾਂ ਸਮਝਾਉਣ ਵਾਲਾ ਹੁੰਦਾ ਸੀ, ਹੁਣ ਉਹਨਾਂ ਨੇ ਜਿਹੜੇ ਸ਼ਬਦ ਕਹੇ ਆ ਕਿ ਆਪਾਂ ਮਿਲ ਕੇ ਬੈਠ ਕੇ ਇਸ ਮਸਲੇ ਦਾ ਹੱਲ ਕੱਢੀਏ, ਹੁਣ ਲੱਗਦਾ ਹੈ ਕਿ ਗੱਲਬਾਤ ਦਾ ਕੋਈ ਤਣ ਪੱਤਣ ਲੱਗੂਗੀ। ਕੋਈ ਮੰਤਰੀ ਦੱਸੇ ਗਏ ਨੇ ਕਿ ਕੱਲ ਦੀ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਮੰਤਰੀ ਸ਼ਾਮਿਲ ਹੋਣਗੇ? देखो अमित शाह खुद शामिल होंगे, बाकी मंत्री कौन होंगे ये मैं नहीं कह सकता। इधरों जड़ियाँ पंजाब दीयां 32 किसान जथेबंदियां, 30 जथेबंदियां असीं इकट्ठियां चल रहे हैं। एक उगराहां वाली जथेबंदी है, एक सतनाम पन्नू वाली जथेबंदी है, 32 ਤਾਂ ਅਸੀਂ ਜਾਵਾਂਗੇ। ਤੇ 4 ਹੁੰਦੇ ਨੁਮਾਇੰਦੇ ਜਿਹੜੇ ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ ਦੇ ਹੈ, ਉਹ 7 ਮੈਂਬਰੀ ਕਮੇਟੀ ਹੈ। 3 ਤਾਂ ਪੰਜਾਬ ਵਾਲਿਆਂ ਦੇ ਵਿੱਚੋਂ ਹੈ, 4 ਹੋਰ ਹੈ। ਇੱਕ ਜੋਗਿੰਦਰ ਯਾਦਵ ਹੋਊਗਾ, ਇੱਕ ਹਨਨ ਮੌਲਾ ਹੋਊਗਾ, ਇੱਕ ਕਾਕਾ ਜੀ ਕਹਿੰਦੇ ਨੇ, ਇੱਕ ਗੁਰਨਾਮ ਹਰਿਆਣੇ ਵਾਲਾ ਹੋਊਗਾ। ਇਹ 4 ਨੁਮਾਇੰਦੇ ਮੀਟਿੰਗ ਦੇ ਵਿੱਚ ਹੋਰ ਸ਼ਾਮਲ ਹੋਣਗੇ। ਸਾਫ਼ ਤੌਰ ਤੇ ਤੁਸੀਂ ਸਭ ਤੋਂ ਪਹਿਲਾਂ ਇਸ ਗੱਲ ਦੀ ਪੁਸ਼ਟੀ ਕਰਨ ਜਾ ਰਹੇ ਹੋ ਕਿ ਕੱਲ ਦੀ ਮੀਟਿੰਗ ਵਿੱਚ ਅਮਿਤ ਸ਼ਾਹ ਸ਼ਾਮਿਲ ਹੋਣ ਜਾ ਰਿਹਾ ਔਰ ਇਹ ਪਹਿਲੀ ਮੀਟਿੰਗ ਹੋਏਗੀ ਜਿਹੜੀ ਕਿਸਾਨਾਂ ਦੇ ਨਾਲ ਅਮਿਤ ਸ਼ਾਹ ਦੀ ਹੋਣ ਜਾ ਰਹੀ ਹੈ। ਹਾਂ, ਇਹ ਪਹਿਲੀ ਮੀਟਿੰਗ ਹੋਊਗੀ, ਖੁਦ ਉਹਨਾਂ ਨੇ ਹੀ ਬੁਲਾਈ ਆ ਤੇ ਉਹ ਵਿੱਚ ਸ਼ਾਮਲ ਹੋਣਗੇ। ਅਗਰ ਹੁੰਦੇ ਆ ਨਹੀਂ ਹੁੰਦੇ, ਇਹ ਫਿਰ ਸਰਕਾਰ ਦਾ ਫਰਜ਼ ਬਣਦਾ, ਉਹਨਾਂ ਨੂੰ ਹੋਣਾ ਚਾਹੀਦਾ ਜੋ ਕੋਈ ਵਾਅਦਾ। ਅੱਜ ਦੀ ਮੀਟਿੰਗ ਵਿੱਚ ਭਰੋਸਾ ਦਿੱਤਾ ਗਿਆ ਕਿ ਅਮਿਤ ਸ਼ਾਹ ਖੁਦ ਆਉਣਗੇ? ਹਾਂ, ਕਿ ਸੱਦੇ ਬੁਲਾਈ ਉਹਨਾਂ ਨੇ ਮੀਟਿੰਗ। ਮੰਗਾਂ ਕਿਹੜੀਆਂ ਰਹਿਣ ਵਾਲੀਆਂ, ਖਾਸ ਤੌਰ ਤੇ ਜੇ ਮੰਗਾਂ ਦਾ ਜ਼ਿਕਰ ਕਰੋ, ਖਾਸ ਮੰਗਾਂ? ਦੇਖੋ ਜਦੋਂ ਕ੍ਰਿਸ਼ੀ ਭਵਨ ਦੇ ਵਿੱਚ ਸਾਡੀ ਖੇਤੀਬਾੜੀ ਮੰਤਰੀ ਤੋਮਰ ਦੇ ਨਾਲ ਗੱਲ ਹੋਈ ਹੈ, ਅਸੀਂ 8 ਨੁਕਾਤੀ ਮੈਮੋਰੰਡਮ ਉਹਨਾਂ ਨੂੰ ਸੌਂਪਿਆ, ਜਿਹਦੇ ਵਿੱਚ 3 ਜਿਹੜੇ ਖੇਤੀ ਵਿਰੋਧੀ ਕਾਨੂੰਨ ਆ ਉਹ ਹੈ, ਚੌਥਾ ਬਿਜਲੀ ਬਿੱਲ ਹੈ 2020 ਤੇ 5ਵਾਂ ਜਿਹੜਾ ਨਵਾਂ ਆਰਡੀਨੈਂਸ ਹੈ ਜਿਹੜਾ ਪ੍ਰਦੂਸ਼ਣ ਵਾਲੇ ਮਾਮਲੇ ਤੇ, ਜਿਹਦੇ ਵਿੱਚ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਕੈਦ ਦੀ ਵਿਵਸਥਾ ਹੈ, ਉਹ ਵੀ ਸ਼ਾਮਲ ਆ ਉਹਦੇ ਵਿੱਚ। ਤੇ ਉਹਦੇ ਵਿੱਚ ਇੱਕ ਇਹ ਵੀ ਸ਼ਾਮਲ ਆ ਕਿ ਜਿਹੜੇ ਰਾਜਾਂ ਦੀ ਖੁਦਮੁਖਤਿਆਰੀ ਹੈ ਉਹ ਖੁਦਮੁਖਤਿਆਰੀ ਖੋਣ ਜਾ ਰਹੇ ਹੋ। ਜਿਵੇਂ ਬਿਜਲੀ ਬਿੱਲ ਹੈ, ਇਹ ਰਾਜਾਂ ਦੀ ਖੁਦਮੁਖਤਿਆਰੀ ਦਾ ਵਿਸ਼ਾ ਹੈ। ਮੰਡੀਕਰਨ ਰਾਜਾਂ ਦੀ ਖੁਦਮੁਖਤਿਆਰੀ ਦਾ ਵਿਸ਼ਾ ਹੈ, ਇਹ ਸਾਡਾ ਹੋਊਗਾ ਮੁੱਖ ਤੌਰ ਤੇ। ਇੱਕ ਪਿਛਲੇ ਸਾਲਾਂ ਦੇ ਵਿੱਚ ਨਾ ਇੱਥੇ ਭਾਰਤ ਨੂੰ ਤਾਂ ਕਹਿੰਦੇ ਕਿ ਡੈਮੋਕ੍ਰੇਸੀ ਹੈ, ਬਹੁਤ ਵੱਡਾ ਲੋਕਤੰਤਰਤਾ ਇਹ, ਪਰ ਜਿਹੜੇ ਇੱਥੇ ਵਿਰੋਧੀ ਵਿਚਾਰਾਂ ਵਾਲੇ ਲੋਕ ਹੈ, ਜਿਹੜੇ ਕੋਈ ਕਵੀ ਹੈ, ਕੋਈ ਲੇਖਕ ਹੈ, ਕੋਈ ਵਕੀਲ ਹੈ, ਕੋਈ ਪੱਤਰਕਾਰ ਹੈ, ਉਹਨਾਂ ਨੂੰ ਫੜ ਕੇ ਇਹਨਾਂ ਦਾ ਜੇਲ੍ਹ 'ਚ ਡੱਕਿਆ ਹੋਇਆ। ਉਹ ਸਾਡਾ ਇਹ ਮੰਗ ਹੈ ਉਹਦੇ ਵਿੱਚ ਕਿ ਇਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਅਗਲੀ ਇੱਕ ਮੰਗ ਸਾਡੀ ਹੋਰ ਹੈ ਕਿ ਜਿਹੜੇ ਡੀਜ਼ਲ ਦੀਆਂ ਕੀਮਤਾਂ ਹੈ ਬੜੀਆਂ ਸਿਖਰਾਂ 'ਤੇ ਪਹੁੰਚ ਗਈਆਂ, ਡੀਜ਼ਲ ਔਰ ਪੈਟਰੋਲ ਦੀਆਂ, ਤੇ ਕਿਸਾਨੀ ਦੀ ਸਮਰੱਥਾ ਤੋਂ ਬਾਹਰ ਹੈ ਡੀਜ਼ਲ ਖਰੀਦਣਾ।
15-15 ਹਜ਼ਾਰ ਨੂੰ ਇੱਕ ਡਰਮ, 17-17 ਹਜ਼ਾਰ ਨੂੰ ਇੱਕ ਡਰਮ ਖਰੀਦ ਕੇ ਇਹ ਖੇਤੀ ਨਹੀਂ ਕਰ ਸਕਦੇ। ਉਹ ਖੇਤੀ ਖੇਤਰ ਲਈ ਅਸੀਂ ਮੰਗ ਕਰਦੇ ਹਾਂ ਕਿ ਅੱਧੀ ਕੀਮਤ ਤੇ ਜਿਹੜਾ ਡੀਜ਼ਲ ਆ ਮੁਹੱਈਆ ਕਰਾਇਆ ਜਾਵੇ। ਬੇਸ਼ੱਕ ਕੱਲ ਦੀ ਮੀਟਿੰਗ ਤੁਹਾਨੂੰ ਬੁਲਾ ਲਿਆ ਜਾਵੇਗਾ, ਪਰ ਜਿਹੜੇ ਧਰਨੇ ਚੱਲ ਰਹੇ ਇਸੇ ਤਰ੍ਹਾਂ ਜਾਰੀ ਰਹਿਣਗੇ। ਹਾਂ, ਧਰਨੇ ਪ੍ਰਦਰਸ਼ਨ ਜਿਉਂ ਦੀ ਤਿਉਂ ਰਹਿਣਗੇ, ਸਾਰੇ ਬਾਰਡਰ ਬੰਦ ਰਹਿਣਗੇ। ਪੰਜਾਬ ਦੇ ਵਿੱਚ ਵੀ ਜੋ ਚੱਲ ਰਿਹਾ ਐਜੀਟੇਸ਼ਨ ਚੱਲਦੀ ਰਹੂਗੀ, ਦਿੱਲੀ ਦੇ ਵਿੱਚ ਵੀ ਜੋ ਚੱਲਦੀ ਹੈ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਅਗਲੇ ਫੈਸਲੇ ਲਏ ਜਾਣਗੇ ਕਿ ਇਹਨਾਂ ਧਰਨਿਆਂ ਨੂੰ ਅੱਗੇ ਦਾ ਕੀ ਰੁਖ ਦਿੱਤਾ ਜਾਣਾ, ਖਤਮ ਕਰਨੇ, ਅੱਗੇ ਵਧਾਉਣਾ ਜਾਂ ਕਿੱਦਾਂ ਦਾ ਰੁਖ ਦੇਣਾ। ਦੇਖੋ, ਅਸੀਂ ਮੀਟਿੰਗ ਚਾਹੇ ਪੰਜਾਬ ਸਰਕਾਰ ਨਾਲ ਹੁੰਦੀ ਰਹੀ ਹੈ, ਚਾਹੇ ਕੇਂਦਰ ਨਾਲ ਹੁੰਦੀ ਰਹੀ ਹੈ। ਪਹਿਲਾਂ ਵੀ ਅਸੀਂ 30 ਜਥੇਬੰਦੀਆਂ ਦੀ ਮੀਟਿੰਗ ਕਰਦੇ ਹਾਂ ਤੇ ਜਦੋਂ ਗੱਲਬਾਤ ਹੁੰਦੀ ਹੈ ਉਹ ਤੋਂ ਬਾਅਦ ਵੀ ਅਸੀਂ ਮੀਟਿੰਗ ਕਰਦੇ ਹਾਂ। ਸਾਂਝਾ ਸਿੱਟਾ ਬਣਾਉਂਦੇ ਹਾਂ ਅਸੀਂ ਕਿ ਉਹਦੇ ਵਿੱਚ ਕੁਝ ਦਮ ਹੈ ਜਾਂ ਨਾ ਹੈ। ਕੱਲ ਨੂੰ ਮੀਟਿੰਗ ਜੇ ਹੁੰਦੀ ਹੈ, ਮੀਟਿੰਗ ਤੋਂ ਬਾਅਦ ਫਿਰ ਅਸੀਂ ਬੈਠਾਂਗੇ ਸਰ। ਸੋ ਸਾਫ਼ ਤੌਰ ਤੇ ਇਹ ਬੂਟਾ ਸਿੰਘ ਜੀ ਨਾਲ ਅਸੀਂ ਗੱਲ ਕਰ ਰਹੇ ਸੀ, ਜਿਹੜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਨੁਮਾਇੰਦੇ ਨੇ, ਔਰ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸਭ ਤੋਂ ਪਹਿਲਾ ਐਲਾਨ ਨਿਊਜ਼ 18 ਪੰਜਾਬ ਤੇ ਕਿ ਅਮਿਤ ਸ਼ਾਹ ਪਹਿਲੀ ਕਿਸਾਨਾਂ ਨਾਲ ਮੀਟਿੰਗ ਕੱਲ ਕਰਨ ਜਾ ਰਹੇ ਨੇ। ਇਹਨਾਂ ਵੱਲੋਂ ਇਸ ਚੀਜ਼ ਦਾ ਹਵਾਲਾ ਦਿੰਦੇ ਦੱਸਿਆ ਗਿਆ ਕਿ ਅਮਿਤ ਸ਼ਾਹ ਪਹਿਲੀ ਮੀਟਿੰਗ ਕਰਨ ਜਾ ਰਹੇ ਨੇ। ਕਿਸਾਨਾਂ ਨੂੰ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਬਿਨਾਂ ਸ਼ਰਤ ਤੋਂ ਤੁਹਾਡੇ ਨਾਲ ਗੱਲ ਕਰਾਂਗੇ। ਨਿਊਜ਼ 18 ਪੰਜਾਬ ਦੇ ਜ਼ਰੀਏ ਸਭ ਤੋਂ ਪਹਿਲਾਂ ਅਸੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਕੇਂਦਰ ਦੇ ਮੰਤਰੀ, ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨਾਂ ਨਾਲ ਪਹਿਲੀ ਮੀਟਿੰਗ ਕਰਨ ਜਾ ਰਹੇ ਨੇ। ਜੀ ਗੌਰਵ, ਠੀਕ ਹੈ, ਜਿਸ ਤਰੀਕੇ ਦੀ ਇਸ ਸਮੇਂ ਦੀ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੇ ਦਈਏ। ਰੋਜ਼ ਸਾਡੇ ਨਾਲ ਬਣੇ ਰਹੋ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਇਸ ਸਮੇਂ ਸਭ ਤੋਂ ਪਹਿਲਾਂ ਇੱਕ ਵਾਰੀ ਵੱਡੀ ਖਬਰ ਸਾਡੇ ਦਰਸ਼ਕਾਂ ਤੱਕ ਪਹੁੰਚਣੀ ਚਾਹੀਦੀ ਹੈ। ਅਮਿਤ ਸ਼ਾਹ ਦੀ ਕਾਲ ਤੋਂ ਬਾਅਦ ਕਿਸਾਨ ਗੱਲਬਾਤ ਦੇ ਲਈ ਤਿਆਰ ਨੇ, ਪਰ ਦੂਜੇ ਪਾਸੇ ਇੰਤਜ਼ਾਰ ਲਿਖਤੀ ਸੱਦੇ ਦਾ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਸ਼ਾਮ ਤੱਕ ਲਿਖਤੀ ਸੱਦਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਬੂਟਾ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਕਰਦੇ ਨੇ ਤੇ ਉਹਨਾਂ ਨੇ ਕਿਹਾ ਕਿ ਬਿਨਾਂ ਸ਼ਰਤ ਮੀਟਿੰਗ ਕਰਨ ਦੇ ਲਈ ਕੇਂਦਰ ਦੇ ਮੰਤਰੀ ਤਿਆਰ ਨੇ। ਹਾਲਾਂਕਿ ਉਹ ਜ਼ਰੂਰ ਕਹਿੰਦੇ ਨਜ਼ਰ ਆਏ ਕਿ ਜੋ ਹੁਣ ਤੱਕ ਸਾਡੇ ਕੋਲ ਜਾਣਕਾਰੀ ਹੈ ਕਿ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਬੈਠਣਗੇ ਮੁਲਾਕਾਤ ਦੇ ਵਿੱਚ, ਜਦੋਂ ਮੀਟਿੰਗ ਹੋਏਗੀ, ਗੱਲਬਾਤ ਹੋਏਗੀ। ਜੇਕਰ ਉਹ ਨਹੀਂ ਬੈਠਦੇ ਤਾਂ ਠੀਕ ਨਹੀਂ। ਇਹ ਵੀ ਕਿਸਾਨ ਜਥੇਬੰਦੀਆਂ ਇਹ ਵੀ ਕਹਿੰਦੀਆਂ ਨਜ਼ਰ ਆਈਆਂ ਨੇ। ਰੋਹਿਤ ਸਾਡੇ ਨਾਲ ਬਣੇ ਰਹੋ, ਮੈਂ ਤੁਹਾਨੂੰ ਹੁਣ ਆਪਣੇ ਦਰਸ਼ਕਾਂ ਨੂੰ ਲੈ ਕੇ ਚੱਲਦਾ ਸਿੱਧਾ ਸਿੰਘੂ ਬਾਰਡਰ, ਜਿੱਥੋਂ ਸਾਡੇ ਸਹਿਯੋਗੀ ਜੁੜ ਰਹੇ ਨੇ ਸਾਡੇ ਨਾਲ। ਉੱਥੇ ਕੀ ਕੁਝ ਹਾਲਾਤ ਨੇ ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ। ਸਿੰਘੂ ਬਾਰਡਰ ਦੀਆਂ ਤਸਵੀਰਾਂ ਵੀ ਅਸੀਂ, ਕਿਉਂਕਿ ਸਾਡੀਆਂ ਟੀਮਾਂ ਤਕਰੀਬਨ ਹਰ ਬਾਰਡਰ ਦੇ ਉੱਤੋਂ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਸਮੇਂ ਜੋ ਦਿੱਲੀ ਨੂੰ ਘੇਰਨ ਦੀ ਸਥਿਤੀ ਹੈ ਉਹ ਕੀ ਕੁਝ ਇਸ ਸਮੇਂ ਮਾਹੌਲ ਹੈ। ਦੇਖੋ, ਇਸ ਵੇਲੇ ਸਭ ਤੋਂ ਵੱਡੀ ਜਾਣਕਾਰੀ ਨਿਊਜ਼ 18 ਦੇ ਰਿਹਾ ਕਿ ਕਿਸਾਨ ਜਥੇਬੰਦੀਆਂ ਦੀ ਬੈਠਕ ਖਤਮ ਹੋ ਚੁੱਕੀ ਹੈ। ਕਿਸਾਨ ਜਥੇਬੰਦੀਆਂ ਦੀ ਬੈਠਕ ਖਤਮ ਹੋ ਚੁੱਕੀ ਹੈ ਔਰ ਬੈਠਕ 'ਚ ਕੀ ਕੁਛ ਰਿਹਾ, ਕੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਜਥੇਬੰਦੀਆਂ ਜਾਣਗੀਆਂ। ਮੇਰੇ ਨਾਲ ਭਾਰਤੀ ਆਗੂ ਨੇ, ਕਿਸਾਨ ਆਗੂ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਲਦੇਵ ਸਿੰਘ ਸਿਰਸਾ ਜੀ, ਮੀਟਿੰਗ ਖਤਮ ਹੋਈ ਹੈ ਔਰ ਮੀਟਿੰਗ ਦੇ ਵਿੱਚ ਕੀ ਕੁਛ ਫੈਸਲੇ ਜਿਹੜੇ ਨੇ ਉਹ ਕਿਸਾਨ ਆਗੂਆਂ ਵੱਲੋਂ ਲਿੱਤੇ ਗਏ ਨੇ। ਦੇਖੋ ਜੀ, ਮੀਟਿੰਗ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਆਈ, ਕਿਉਂਕਿ ਕੱਲ ਜੋ ਸਾਨੂੰ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਜੋ ਸੱਦਾ ਪੱਤਰ ਆਇਆ ਸੀ, ਉਹ ਸੀ ਸ਼ਰਤਾਂ ਦੇ ਆਧਾਰ ਤੇ ਕਿ ਤੁਸੀਂ ਪਹਿਲਾਂ ਬਰਾੜੀ ਆਓ ਤੇ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਉਹਦੇ ਬਾਰੇ ਅਸੀਂ ਕੱਲ ਹੀ ਫੈਸਲਾ ਕਰ ਚੁੱਕੇ ਹਾਂ। ਉਹ ਫੈਸਲਾ ਤਾਂ ਸਾਡਾ ਉਹੋ ਹੀ ਹੈ। ਕੀ ਇਹ ਜਾਣਕਾਰੀ ਇਹ ਵੀ ਮਿਲ ਰਹੀ ਕਿ ਬਿਨਾਂ ਸ਼ਰਤਾਂ ਤੋਂ ਵੀ ਕੇਂਦਰ ਸਰਕਾਰ ਨੇ ਕੋਈ ਸੱਦਾ ਪੱਤਰ ਭੇਜਿਆ ਹੈ? ਕੀ ਬਿਨਾਂ ਸ਼ਰਤਾਂ ਤੋਂ ਕੋਈ ਸੱਦਾ ਪੱਤਰ ਆਇਆ ਤੁਹਾਡੇ ਕੋਲ? ਨਹੀਂ, ਅਜੇ ਤੱਕ ਸਾਡੇ ਕੋਲ ਕੋਈ ਸੱਦਾ ਪੱਤਰ ਨਹੀਂ ਆਇਆ। ਜਦੋਂ ਵੀ ਸੱਦਾ ਪੱਤਰ ਆ ਗਿਆ ਤੇ ਅਸੀਂ ਉਸੇ ਟਾਈਮ ਤੇ ਆਪਣੀ ਐਮਰਜੈਂਸੀ ਮੀਟਿੰਗ ਕਾਲ ਵੀ ਕਰਕੇ ਉੱਤੇ ਵਿਚਾਰ ਜਿਹੜੀ ਆ ਉਹ ਕਰ ਸਕਦੇ ਹਾਂ। ਅਗਲੀ ਰੂਪਰੇਖਾ ਹੁਣ ਕੀ ਰਹਿਣ ਵਾਲੀ ਹੈ? ਕੇਂਦਰ ਸਰਕਾਰ, ਕਿਉਂਕਿ ਜਾਣਕਾਰੀ ਇਹ ਮਿਲ ਰਹੀ ਕਿ ਅਮਿਤ ਸ਼ਾਹ ਔਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕੁਝ ਜਥੇਬੰਦੀਆਂ ਦੇ ਨਾਲ ਗੱਲਬਾਤ ਕਰ ਰਹੇ ਆ, ਉਹ ਮਿਲਣ ਲਈ ਬੁਲਾ ਰਹੇ ਨੇ। ਦੇਖੋ, ਜਦੋਂ ਵੀ ਉਹ ਬੁਲਾਉਣਗੇ, ਅਜੇ ਤੱਕ ਤੁਹਾਨੂੰ ਦੱਸਿਆ ਵੀ ਕੋਈ ਲਿਖਤੀ ਪੱਤਰ ਹੀ ਨਹੀਂ ਹੈਗਾ, ਤੇ ਫਿਰ ਗੱਲਬਾਤ ਕਾਦੀ? ਅਗਰ ਬੁਲਾਇਆ ਜਾਂਦਾ ਜਥੇਬੰਦੀਆਂ ਜਾਣਗੀਆਂ। ਬਿਲਕੁਲ। ਵੇਖੋ, ਅਸੀਂ ਇੱਥੇ ਕਾਹਦੇ ਵਾਸਤੇ ਆਏ? ਸੜਕਾਂ ਤੇ ਬੈਠਣ ਨਹੀਂ ਆਏ। ਆਪ ਪਰੇਸ਼ਾਨ ਹੋਣ, ਆਪਣੇ ਬੱਚਿਆਂ, ਆਪਣੀਆਂ ਔਰਤਾਂ, ਆਪਣੇ ਬਜ਼ੁਰਗਾਂ ਨੂੰ ਇੱਥੇ ਪਰੇਸ਼ਾਨ ਕਰਨ ਵਾਸਤੇ ਨਹੀਂ ਆਏ। ਅਸੀਂ ਆਪਣੇ ਟਰੈਕਟਰ ਟਰਾਲੀਆਂ ਇੱਥੇ ਲੈ ਕੇ ਜੋ ਆਏ ਹਾਂ, ਗੱਡੀਆਂ ਤੇ ਆਏ ਹਾਂ, ਜਿਸ ਵੀ ਤਰੀਕੇ ਨਾਲ ਆਏ ਹਾਂ, ਅਸੀਂ ਨਾ ਤਾਂ ਪਰੇਸ਼ਾਨ ਹੋਣ ਵਾਸਤੇ ਆਏ ਹਾਂ, ਨਾ ਕਿਸੇ ਨੂੰ ਪਰੇਸ਼ਾਨ ਕਰਨ ਆਏ ਹਾਂ। ਜਿੱਦਣ ਦੇ ਅਸੀਂ ਅੱਜ ਰੋਡ ਤੇ ਬੈਠੇ ਹਾਂ, 4 ਦਿਨ ਹੋ ਗਏ ਨੇ। ਇਹਨਾਂ ਰੋਡਾਂ ਦੇ ਕਾਰਨ ਜਿੰਨੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਨੇ। ਕੀ ਅਸੀਂ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹਾਂ? ਬਿਲਕੁਲ ਨਹੀਂ। ਅਸੀਂ ਕੇਵਲ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਆਏ ਹਾਂ, ਕਾਲੇ ਕਾਨੂੰਨ ਵਾਪਸ ਕਰਾਉਣ ਆਏ ਹਾਂ। ਜਦੋਂ ਵੀ ਸਾਨੂੰ ਕੋਈ ਸੱਦਾ ਪੱਤਰ ਆਏਗਾ, ਅਸੀਂ ਉਸੇ ਟਾਈਮ ਤੇ ਜਿਹੜਾ ਉਹ ਗੱਲ ਕਰਨ ਨੂੰ ਤਿਆਰ ਹੈ। ਅਗਲੀ ਰਣਨੀਤੀ ਕੀ ਰਹਿਣ ਵਾਲੀ? ਦਿੱਲੀ ਪੂਰੀ ਤਰੀਕੇ ਨਾਲ ਬੰਦ ਕਰ ਦਿੱਤੀ ਗਈ। ਸੰਦੀਪ, ਇਹ ਤਸਵੀਰਾਂ ਦਿਖਾਓ। ਪੂਰੀ ਤਰ੍ਹਾਂ ਨਾਲ ਦਿੱਲੀ ਬਾਰਡਰ ਜਿਹੜੀ ਉਹ ਸੀਲ ਕੀਤੀ ਜਾ ਰਹੀ ਹੈ ਔਰ ਪੂਰੀ ਤਰੀਕੇ ਨਾਲ ਇਸ ਵੇਲੇ ਕੀ ਦਿੱਲੀ ਜਿਹੜੀ ਉਹ ਬੰਦ ਹੋ ਚੁੱਕੀ ਹੈ? ਅਜੇ ਵੇਖੋ ਤੁਸੀਂ, ਅਜੇ ਤਾਂ 3-4 ਰੋਡ ਜਿਹੜੇ ਨੇ ਉਹੀ ਬੰਦ ਹੋਏ ਨੇ। ਅਜੇ ਬਾਕੀ ਰੋਡ ਜਿਹੜੇ ਨੇ, ਜਿਹੜਾ ਕੋਈ ਇੱਕ ਅੱਧਾ ਰਹਿੰਦਾ, ਉਹ ਵੀ ਹੋ ਰਹੇ ਨੇ। ਇਹ ਤਾਂ ਸਾਨੂੰ ਤੇ ਇੱਥੋਂ ਤੱਕ ਸੁਨੇਹੇ ਆ ਰਹੇ ਨੇ ਵੀ ਜਿਹੜੇ ਛੋਟੇ ਰਸਤੇ ਆ ਨਾ, ਉਹ ਵੀ ਦਿੱਲੀ ਦੇ ਬੰਦ ਹੋਣਗੇ। ਇਹ ਹੁਣ ਪਤਾ ਨਹੀਂ, ਕਹਿ ਰਹੇ ਹੋ ਜਿਹੜੇ ਪਿੰਡਾਂ 'ਚੋਂ ਰਸਤੇ ਨੇ ਉਹ ਵੀ ਜਿਹੜੇ ਉਹ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਲੋਕਾਂ ਦੀ ਆਵਾਜ਼ ਸਾਨੂੰ ਜਿਹੜੀ ਆ ਉਹ ਇਹ ਆ ਰਹੀ ਆ। ਸੋ ਅਸੀਂ ਅੱਜ ਦਾ ਜਿਹੜੀ ਮੀਟਿੰਗ ਸੀ, ਉਸ ਮੀਟਿੰਗ 'ਚ ਖਾਸ ਕਰਕੇ ਅਸੀਂ ਵਿਚਾਰ ਜਿਹੜੀ ਕੀਤੀ ਵੀ ਜਿਹੜੀ ਕੱਲ
ਜਾਂ ਪਰਸੋਂ ਤਾਂ ਅੱਜ ਵੀ ਕਿਸੇ ਦੇ ਨਾਲ ਜਿਹੜੇ ਮੀਡੀਆ ਵਾਲੇ ਸਾਡੇ ਵੀਰ ਆ ਰਹੇ ਨੇ, ਜਿਸ ਤਰ੍ਹਾਂ ਤੁਸੀਂ ਆਏ ਹੋ ਜਾਂ ਕੋਈ ਸਾਡੀਆਂ ਬੱਚੀਆਂ ਆ ਰਹੀਆਂ ਨੇ, ਉਹ ਇੱਥੇ ਕਵਰੇਜ ਕਰਨ ਵਾਸਤੇ ਆ ਰਹੀਆਂ ਨੇ, ਤੇ ਉਹਨਾਂ ਨੂੰ ਕੁਝ ਨੌਜਵਾਨ ਮੁੰਡੇ ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਨਹੀਂ, ਉਹ ਕੋਈ ਸਵਾਲ ਐਸਾ ਕਰਦੇ ਨੇ ਤੇ ਉਹਨਾਂ ਦੇ ਮਨ 'ਚ ਆ ਕਿ ਆਹ ਜਿਹੜਾ ਟੀਵੀ ਚੈਨਲ ਹੈ ਨਾ, ਇਹ ਸ਼ਾਇਦ ਗੋਦੀ ਮੀਡੀਆ, ਤੇ ਵੈਸੇ ਤੁਹਾਨੂੰ ਪਤਾ ਵੀ ਆ ਵੀ ਗੋਦੀ ਮੀਡੀਆ ਨੇ ਹੁਣ ਤੱਕ ਜੋ ਕੀਤਾ ਹੈ। ਤਾਂ ਬਿਨਾਂ ਸ਼ਰਤ ਮੀਟਿੰਗ ਕਰਨ ਦੇ ਲਈ ਤਿਆਰ ਹੈ ਕੇਂਦਰ ਦੀ ਸਰਕਾਰ। ਜਥੇਬੰਦੀਆਂ ਦੇ ਵੱਲੋਂ ਕਿਹਾ ਜਾ ਰਿਹਾ। ਪੰਕਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਮੈਂ ਇੱਕ ਵਾਰ ਜ਼ਰੂਰ ਰੁਕ ਕਰਾਂਗਾ ਰੋਹਿਤ ਬੰਸਲ ਦਾ, ਸਾਡੇ ਸਹਿਯੋਗੀ ਜੋ ਟਿਕਰੀ ਬਾਰਡਰ ਦਿੱਲੀ ਤੋਂ ਸਾਡੇ ਨਾਲ ਨੇ। ਰੋਹਿਤ, ਸਮਝਣਾ ਚਾਹਾਂਗੇ ਕਿ ਇਹ ਮੀਟਿੰਗਸ ਅਲੱਗ-ਅਲੱਗ ਹੋ ਰਹੀਆਂ ਨੇ ਕਿਉਂਕਿ ਜਿਹੜੇ ਬਾਰਡਰ ਤੇ ਤੁਸੀਂ ਤੈਨਾਤ ਹੋ ਉੱਥੇ ਵੱਖ-ਵੱਖ ਜਥੇਬੰਦੀਆਂ ਨੇ ਤੇ ਸਿੰਘੂ ਬਾਰਡਰ ਤੇ ਅਲੱਗ ਜਥੇਬੰਦੀਆਂ ਨੇ, ਤਾਂ ਸਿਰਫ ਸੱਦਾ ਬੂਟਾ ਸਿੰਘ ਨੂੰ ਹੀ ਆਇਆ? ਗੱਲਬਾਤ ਅਮਿਤ ਸ਼ਾਹ ਨੇ ਬੂਟਾ ਸਿੰਘ ਨਾਲ ਕੀਤੀ ਹੈ? ਕੋਈ ਹੋਰ ਤੁਹਾਡੇ ਕੋਲ ਜਾਣਕਾਰੀ? ਕਿਉਂਕਿ ਉੱਥੇ ਸਿੱਧੂਪੁਰ, ਕਾਦੀਆਂ, ਇਹ ਵੱਖ-ਵੱਖ ਜਥੇਬੰਦੀਆਂ ਉਗਰਾਹਾਂ, ਕਿਸੇ ਹੋਰ ਨੂੰ ਵੀ ਕਾਲ ਆਈ ਅਮਿਤ ਸ਼ਾਹ ਦੀ ਜਾਂ ਨਹੀਂ? ਤਾਂ ਕੋਸ਼ਿਸ਼ ਕਰਾਂਗੇ ਹੋਰ ਜਾਣਕਾਰੀ ਅਸੀਂ ਲੈ ਸਕੀਏ ਤੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਦੀ ਵੱਡੀ ਖਬਰ ਹੈ। ਬਿਨਾਂ ਸ਼ਰਤ ਮੀਟਿੰਗ ਕਰਨ ਦੇ ਲਈ ਕੇਂਦਰ ਸਰਕਾਰ ਤਿਆਰ ਹੁੰਦੀ ਨਜ਼ਰ ਆ ਰਹੀ ਹੈ। ਦਿੱਲੀ ਦੇ ਬਾਰਡਰਸ ਦੇ ਉੱਤੇ ਧਰਨਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ। 26-27 ਤਰੀਕ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇੱਕ ਵਾਰ ਦਿੱਲੀ ਪਹੁੰਚੇ, ਅੰਦਰ ਨਹੀਂ ਵੜਨ ਦਿੱਤਾ ਗਿਆ ਤੇ ਉਸ ਤੋਂ ਬਾਅਦ ਬੁਰਾੜੀ ਦਾ ਮੈਦਾਨ ਦਿੱਤਾ ਗਿਆ ਤੇ ਕਿਸਾਨ ਜਥੇਬੰਦੀਆਂ ਨੇ ਸਾਫ਼ ਕਿਹਾ ਕਿ ਅਸੀਂ ਇੱਕ ਮੈਦਾਨ ਦੇ ਵਿੱਚ ਇੱਕ ਸਾਈਡ ਤੇ ਬੈਠ ਕੇ ਧਰਨੇ ਪ੍ਰਦਰਸ਼ਨ ਨਹੀਂ ਕਰਾਂਗੇ। ਦਿੱਲੀ ਨੂੰ ਬਲੌਕ ਕਰ ਦਿੱਤਾ ਗਿਆ ਹੈ। ਦਿੱਲੀ ਦੇ ਵਿੱਚ ਐਂਟਰੀ ਨਹੀਂ ਹੋ ਪਾ ਰਹੀ। ਜਾਮ ਵੱਡੇ ਲੱਗੇ ਹੋਏ ਨਜ਼ਰ ਆ ਰਹੇ ਨੇ। ਦਾਅਵਾ ਇਹ ਵੀ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਸਾਡੇ ਕੋਲ ਯੂਪੀ ਦੇ, ਰਾਜਸਥਾਨ ਦੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਵੀ ਸਮਰਥਨ ਹੈ ਤੇ ਜਿਹੜੇ ਬਾਰਡਰ ਨੇ ਯੂਪੀ ਤੇ ਵਾਲੇ ਪਾਸੇ ਤੋਂ ਆ ਕੇ ਦਿੱਲੀ ਦੇ ਵੱਲ ਲੱਗਦੇ ਨੇ ਉਹਨਾਂ ਨੂੰ ਵੀ ਘੇਰਨ ਦਾ ਦਾਅਵਾ ਕੀਤਾ ਜਾ ਰਿਹਾ। ਉੱਥੇ ਵੀ ਜਿਹੜੀ ਨਾਕੇਬੰਦੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਗ੍ਰਹਿ ਮੰਤਰੀ ਨੇ ਗੱਲਬਾਤ ਕੀਤੀ ਹੈ ਫੋਨ ਦੇ ਉੱਤੇ। ਅਮਿਤ ਸ਼ਾਹ ਦੇ ਨਾਲ ਨਰਿੰਦਰ ਤੋਮਰ ਦੀ ਚਰਚਾ ਹੋਈ ਹੈ। ਮੀਟਿੰਗਾਂ ਦਾ ਦੌਰ ਜਾਰੀ ਹੈ ਗੱਲਬਾਤ ਤੋਂ ਪਹਿਲਾਂ। ਤਾਂ ਅਸੀਂ ਅੱਗੇ ਵੀ ਅਪਡੇਟ ਲੈਵਾਂਗੇ। ਫਿਲਹਾਲ ਰੋਹਿਤ ਤੁਹਾਡਾ ਧੰਨਵਾਦ, ਪੰਕਜ ਕਪਾਹੀ ਤੁਹਾਡਾ ਵੀ ਧੰਨਵਾਦ, ਤੁਸੀਂ ਨਜ਼ਰ ਬਣਾਏ ਰੱਖੋ। ਤੁਹਾਡੇ ਕੋਲ ਆਵਾਂਗੇ ਵਾਪਸ। ਇਸੇ ਤਰੀਕੇ ਨਾਲ ਪੂਰਾ ਦਿਨ ਅਸੀਂ ਜਾਣਕਾਰੀ ਅੱਗੇ ਕਿਸਾਨਾਂ ਤੱਕ, ਪੰਜਾਬ ਦੇ ਲੋਕਾਂ ਤੱਕ ਪਹੁੰਚਾਉਂਦੇ ਰਹਾਂਗੇ ਕਿ ਮੌਜੂਦਾ ਸਮੇਂ 'ਚ ਦਿੱਲੀ ਦੇ ਬਾਰਡਰ ਦੇ ਉੱਤੇ ਸਥਿਤੀ ਕੀ ਹੈ। ਕਰਾਂਗੇ ਕਦੀ ਅੱਜ ਸ਼ਾਮ 4:30 ਵਜੇ ਪ੍ਰੈਸ ਕਾਨਫਰੰਸ ਕਰ ਅਗਲੀ ਰੂਪਰੇਖਾ ਤਿਆਰ ਕੀਤੀ ਜਾਏਗੀ, ਕੁਝ ਕੀਤਾ ਜਾਏਗਾ। 4:30 ਵਜੇ ਪ੍ਰੈਸ ਕਾਨਫਰੰਸ ਕਰਾਂਗੇ ਅਸੀਂ ਤੇ ਉਹਦੇ ਵਿੱਚ ਜੋ ਅਗਲਾ ਪ੍ਰੋਗਰਾਮ ਹੈ ਅਸੀਂ ਦੇਣਾ ਉਹਦੇ 'ਚ ਦੇਵਾਂਗੇ। ਉਦੋਂ ਪਹਿਲਾਂ ਨਾਲੇ ਪਤਾ ਲੱਗ ਜਾਊਗਾ ਅਗਲੀ ਰੂਪਰੇਖਾ ਕੀ ਰਹਿਣ ਵਾਲੀ ਹੈ ਕਿਉਂਕਿ ਦਿੱਲੀ ਦਾ ਚਾਰੋਂ ਪਾਸੋਂ ਬੰਦ ਕੀਤਾ ਜਾ ਰਹੀ ਹੈ ਤਾਂ ਅਗਲੀ ਰੂਪਰੇਖਾ ਕੀ ਰਹੇਗੀ? ਦੇਖੋ ਜੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੇ ਹੋਰ ਇਹਦੇ 'ਚ ਕੋਈ ਵਾਅਦਾ ਕੀਤਾ, ਇਹਨੂੰ ਲੇਟ ਕੀਤਾ ਤੇ ਮੇਰੇ ਖਿਆਲ ਮੁਤਾਬਕ ਚਾਰੋਂ ਤਰਫ ਦਿੱਲੀ ਦੇ ਜਿਹੜੇ ਰਸਤੇ ਐਂਟਰ ਕਰਦੇ ਨੇ ਦਿੱਲੀ ਨੂੰ, ਮੈਨੂੰ ਲੱਗਦਾ ਤੇਲ ਸੁੱਟਣ ਨੂੰ ਥਾਂ ਨਹੀਂ ਲੱਭਣਾ। ਇਸ ਹਿਸਾਬ ਨਾਲ ਸਾਰੀਆਂ ਸਟੇਟਾਂ ਵਿੱਚੋਂ ਲੋਕ ਨਿਕਲ ਰਹੇ ਨੇ, ਇਹ ਮੁਸ਼ਕਲ ਹੋ ਜਾਊਗਾ ਸਾਹਮਣਾ। ਅਸੀਂ ਫੇਰ ਵੀ ਤੁਹਾਡੇ ਚੈਨਲ ਦੇ ਰਾਹੀਂ ਕੇਂਦਰ ਸਰਕਾਰ ਨੂੰ, ਮੋਦੀ ਸਰਕਾਰ ਨੂੰ ਇੱਕ ਸੁਝਾਅ ਆਪਣੇ ਵੱਲੋਂ ਦੇਣਾ ਚਾਹੁੰਦੇ ਆ ਕਿ ਇਹਨੂੰ ਜਿਲਦਾ ਹੋ ਸਕਦਾ ਹੈ ਜਲਦੀ ਨਿਬੇੜੋ, ਜਿੰਨਾ ਹੋ ਸਕਦਾ ਹੈ ਜਲਦੀ ਨਿਬੇੜੋ, ਕਿਉਂਕਿ ਦੁਨੀਆ ਇਸ ਕਾਰਨ ਹੋਰ ਲੋਕ ਵੀ ਤੰਗ ਨੇ, ਦਿੱਲੀ ਵਾਲੇ ਜਿਹੜੇ ਨੇ। ਇਸ ਕਰਕੇ ਅਸੀਂ ਉਹਨਾਂ ਤੋਂ ਖਿਮਾ ਵੀ ਮੰਗਦੇ ਹਾਂ ਤੁਹਾਡੇ ਚੈਨਲਾਂ ਦੇ ਰਾਹੀਂ, ਕਿਉਂਕਿ ਸਾਡੇ ਕਾਰਨ ਉਹਨਾਂ ਨੂੰ ਤਕਲੀਫਾਂ ਆਈਆਂ ਨੇ, ਪਰ ਉਹਦਾ ਕਾਰਨ ਹੈ ਇੱਕ ਮੋਦੀ ਸਰਕਾਰ ਜਿਨ੍ਹਾਂ ਨੇ ਗਲਤ ਫੈਸਲੇ ਕੀਤੇ ਨੇ। ਇਸ ਕਰਕੇ ਸਾਡੀ ਮਜਬੂਰੀ ਸੀ ਤੇ ਜਿਹੜੇ ਲੋਕਾਂ ਨੂੰ ਕੋਈ ਪ੍ਰੋਬਲਮ ਹੋਈ ਉਹਨਾਂ ਤੋਂ ਖਿਮਾ ਮੰਗਦੇ ਹਾਂ, ਪਰ ਕੇਂਦਰ ਦੀ ਮੋਦੀ ਸਰਕਾਰ ਨੂੰ ਤੁਹਾਡੇ ਚੈਨਲ ਰਾਹੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੰਨਾ ਸਿਰ ਹੋ ਸਕਦਾ ਹੈ, ਜਿੰਨਾ ਜਲਦੀ ਹੋ ਸਕਦਾ ਹੈ, ਇਹਨੂੰ ਨਿਬੇੜੋ ਔਰ ਨਿਬੇੜ ਕੇ ਕਿਸਾਨ ਮਜ਼ਦੂਰ। ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨੇ। ਚਲੋ ਤਾਂ ਬਿਲਕੁਲ ਤਸਵੀਰਾਂ ਦਿਖਾ ਰਹੇ ਹਾਂ ਤਾਂ ਲਗਾਤਾਰ ਇਸ ਦਾ ਜ਼ਿਕਰ ਹੋ ਰਿਹਾ। ਪੰਕਜ ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਕਰੀਬ 4:30 ਵਜੇ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ। ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਗੇ ਦੀ ਰਣਨੀਤੀ ਕੀ ਕੁਝ ਆਉਣਾ ਦੀ ਉਸ ਦੇ ਉੱਤੇ ਉਹ ਚਾਨਣਾ ਪਾਉਣਗੇ। ਪਰ ਇਸ ਸਮੇਂ ਦੇ ਹਾਲਾਤਾਂ ਨੂੰ ਅਸੀਂ ਨਾਲ ਦਿਖਾ ਰਹੇ ਹਾਂ ਕਿ ਬਾਰਡਰ ਦੇ ਉੱਤੇ, ਕਿਉਂਕਿ ਠੰਡ ਦਾ ਮੌਸਮ ਹੈ, ਦਿਨ ਰਾਤ ਡਟੇ ਹੋਏ ਨੇ ਕਿਸਾਨ ਬਾਰਡਰਾਂ ਦੇ ਉੱਤੇ। ਦਿੱਲੀ ਧਰਨਾ ਦੇਣ ਪਹੁੰਚੇ ਸਨ। ਸਰਕਾਰ ਨੇ ਕਿਹਾ ਕਿ ਆਓ ਬਰਾੜੀ ਵਾਲੇ ਮੈਦਾਨ ਦੇ ਵਿੱਚ ਆ ਕੇ ਤੁਸੀਂ ਆਪਣਾ ਧਰਨਾ ਪ੍ਰਦਰਸ਼ਨ ਕਰ ਲਵੋ, ਪਰ ਜਿਹੜੀ ਸਥਿਤੀ ਹੁਣ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਨੇ ਕਹਿ ਦਿੱਤਾ ਕਿ ਅਸੀਂ ਅੱਗੇ ਨਹੀਂ ਜਾਵਾਂਗੇ, ਅਸੀਂ ਦਿੱਲੀ ਦੇ ਬਾਰਡਰ ਤੇ ਹੀ ਧਰਨਾ ਦੇਵਾਂਗੇ।
बदलाव की मांग को लेकर कैसे पूरा किया जा सकता है, इसका एक मसौदा कृषि मंत्री नरेंद्र सिंह तोमर और अमित शाह के बीच में यहां रखा गया है। कृषि मंत्री नरेंद्र सिंह तोमर अपने अधिकारियों के साथ आए थे और किसानों की मांगे कैसे पूरी की जा सके, उनको कैसे हल किया जा सके और जिसमें एक बीच का रास्ता निकाला है, वो एक मसौदा यहां पर करीब 45 मिनट तक जो बैठक चली उसमें तैयार किया गया। हालांकि क्या रहा इस पे कोई चर्चा नहीं की गई, सभी अधिकारी और मंत्री उन्होंने चुप्पी साध रखी है। लेकिन एक चीज बहुत साफ है कि केंद्र सरकार जो है किसानों के आंदोलन के चलते दबाव में है और इसी वजह से वो चाहते हैं कि कोई ना कोई रास्ता जल्द से जल्द निकले। 3 तारीख को भी बैठक है, उस बैठक में जाने से पहले सरकार चाहती है कि किसानों के सामने एक रोड मैप कम से कम तैयार हो जिसमें ये कहा जा सके कि सरकार आपकी मांगों के लिए ये करने को तैयार है या ये मसौदा तैयार है। अब देखना होगा कि सरकार 3 तारीख से पहले किसानों के बातचीत के टेबल पर क्या मसौदा रखती है और उसके नतीजे क्या निकलते हैं। कैमरामैन संजीव के साथ नई दिल्ली से अशरफ काज़मी, न्यूज़ 18। ਤਾਂ ਮੁਲਾਕਾਤਾਂ ਦਾ ਦੌਰ ਜਾਰੀ ਹੈ। ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਾ ਕੇ ਦਿੱਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਉਮੀਦ ਹੈ ਕਿ 1 ਤਰੀਕ ਨੂੰ ਯਾਨੀ ਕਿ ਕੱਲ ਯਾਨੀ ਕਿ ਮੰਗਲਵਾਰ ਨੂੰ ਮੀਟਿੰਗ ਹੋਵੇ ਤੇ ਹੱਲ ਜ਼ਰੂਰ ਨਿਕਲੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਫੌਰਨ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ। ब्रेक तो बाद एक बार फिर तो तुहाडा स्वागत है। बिना शर्त मीटिंग दे लई केंद्र दी सरकार तैयार हुई है किसानां दे नाल ते किसान जथेबंदियां इसका जिक्र कर रही ने। कल यानी कि 1 दिसंबर ਨੂੰ केंद्र दे नाल मीटिंग होवेगी। बूटा सिंह भारतीय किसान यूनियन डकौंदा दे प्रधान ने उन्हां दे वल्लों यह दावा किया गया। उन्होंने कहा कि अमित शाह ने यह मीटिंग सद्दी है ते गृह मंत्री दे नाल पहली मीटिंग यह होवेगी। इस तो पहलां ਜਿਹੜੀਆਂ ਮੁਲਾਕਾਤਾਂ ਹੋਈਆਂ ਨੇ ਉਹ ਤੁਹਾਨੂੰ ਯਾਦ ਹੋਏਗਾ ਕਿ 77 ਪੱਧਰ ਤੇ ਹੋਈਆਂ ਸੀ ਜਾਂ ਫਿਰ ਖੇਤੀਬਾੜੀ ਮੰਤਰੀ ਦੇ ਨਾਲ ਜਿਸ ਦੇ ਵਿੱਚ ਰੇਲ ਮੰਤਰੀ ਵੀ ਮੌਜੂਦ ਸੀ। 13 ਨਵੰਬਰ ਨੂੰ ਜਿਹੜੀ ਮੀਟਿੰਗ ਹੋਈ ਉਹ ਮੀਟਿੰਗ ਹੋਈ ਸੀ। रुख करते हैं सीधा रोहित बंसल मेरे सहयोगी साडे नाल ने टिकरी बॉर्डर दिल्ली तो। रोहित की कुछ तुहाडे कोल जानकारी, इस सवाल हर किस दे जहन दे विच है कि ये इनविटेशन सद्दा या कॉल सिर्फ बूटा सिंह बीकेयू डकौंदा तक पहुंची है या बाकी जथेबंदियां नूं भी कोई कॉल आई है हुण तक? रोहित जी गौरव ਜਿਹੜਾ ਇਹ ਸੱਦਾ ਪੱਤਰ ਹੈ ਫਿਲਹਾਲ ਸ਼ਾਮ ਤੱਕ तमाम ਜਥੇਬੰਦੀਆਂ ਨੂੰ ਪਹੁੰਚ ਜਾਏਗਾ। ਪਰ ਇਸ ਵਕਤ ਮੇਰੇ ਨਾਲ ਹਰਿਆਣਵੀ ਕਲਾਕਾਰ केडी ने। केडी जी, ਅੱਜ ਤੁਸੀਂ ਧਰਨੇ ਦੇ ਵਿੱਚ ਆਏ ਹੋ। ਅਸੀਂ ਦੇਖ ਰਹੇ ਸੀ ਕਿ ਪੰਜਾਬੀ ਕਲਾਕਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਧਰਨੇ ਵਿੱਚ ਆ ਰਹੇ ਸੀ, ਪਰ ਮੈਨੂੰ ਲੱਗਦਾ ਸ਼ਾਇਦ ਪਹਿਲੇ ਤੁਸੀਂ ਹਰਿਆਣਵੀ ਕਲਾਕਾਰ ਹੋ ਜਿਹੜੇ ਨਾ ਧਰਨੇ ਵਿੱਚ ਆਏ हो। मेरे ख्याल से हरियाणवी कलाकार और भी बहुत आ रहे हैं और ये हो सकता है कि पंजाबी कलाकारों की वीडियो कैमरा ज़्यादा आ गई और हरियाणा वाले की कम आई हो, पर लग रहे हैं हरियाणा वाले ग्राउंड लेवल पर सारे काम कर रहे हैं। और मैं शुक्रगुजार हूँ पंजाब के इतने भाइयों का, जो काके ताए और जो नौजवान साथी पंजाब से इतने लोग उठ के आए हैं, माता बहनें भी आई हैं, परिवार के साथ ये लोग आए हैं। शुक्रगुजार हूँ और हरियाणा वाले भाइयों को भी धन्यवाद कहना चाहूँगा कि आपने कंधे से कंधा मिलाया पंजाब के साथ। और जब 2 स्टेट एक साथ होकर छोटे बड़े भाई जब लड़ते हैं तो मुद्दा और बड़ा बनता है, आंदोलन और बड़ा बनता है और उस आंदोलन में जीत की संभावनाएं ज़्यादा होती हैं। तो मैं शुक्रगुजार हूँ आप सब लोगों का भी, जो मीडिया इन बातों को, इन मुद्दों को लोगों तक पहुँचा रही है। नहीं तो आज भी बहुत सारी मीडिया तो सुत्ती पड़ी है, उन नवरे खबर दिखने लग रही हैं आज भी, लेकिन आप लोग किसानों की आवाज़ को पहुँचा रहे हो, धन्यवाद करना चाहूँगा। ਸੋ ਤੁਸੀਂ ਦੇਖ ਸਕਦੇ ਹੋ ਕੁਝ ਹੋਰ ਨਾਲ ਹਰਿਆਣਵੀ ਕਲਾਕਾਰ ਨੇ। ਸਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਜਿਹੜੇ ਕਲਾਕਾਰ ਹੈ ਉਹ ਇਹਨਾਂ ਧਰਨੇ ਵਿੱਚ ਆ ਰਹੇ, ਨੌਜਵਾਨ ਇਹਨਾਂ ਧਰਨੇ ਵਿੱਚ ਆ ਰਹੇ, ਕੀ ਲੱਗ ਰਿਹਾ ਕਿ ਕਲਾਕਾਰਾਂ ਨੂੰ ਕਿਉਂਕਿ ਬਹੁਤ ਸਾਰੇ ਲੋਕ ਫੋਲੋ ਕਰਦੇ ਨੇ ਤਾਂ ਇਸ ਦੇ ਨਾਲ ਜਿਹੜੇ ਨੌਜਵਾਨ ਉਹ ਵੀ ਇਹਨਾਂ ਧਰਨੇ 'ਚ ਸ਼ਾਮਿਲ ਹੋਣਗੇ? बिल्कुल, पहले होया करता ये कि लोग बोले थे किसान पहले, लेकिन अब किसान जागरूक हो चुके हैं, नौजवान आ चुके हैं, अब नौजवान भी जाग चुके हैं। तो मेरे को लग रहा है कि ये जो लड़ाई है हम जीत जाएंगे। एक बड़ा भाई है, दूसरा छोटा भाई है। क्या जा रहा है कि ਜਿਹੜਾ ਵੱਡਾ ਭਰਾ ਛੋਟੇ ਭਰਾ ਦੀ ਹੈਲਪ ਕਰ ਰਿਹਾ ਔਰ ਛੋਟਾ ਭਰਾ ਵੱਡੇ ਭਰਾ ਦੀ ਹੈਲਪ ਕਰ ਰਿਹਾ, ਕਿਉਂਕਿ ਦੋਨਾਂ ਦੇ ਮੁੱਦੇ ਇੱਕੋ ਹੀ ਨੇ। बिल्कुल। जब देखो ये किसान की जो ये हक की लड़ाई है, ये जब 2 भाई मिल के लड़ रहे हैं, जैसा केडी भाई ने बताया कि संभावना ज़्यादा है। और पहली बात, संभावना की मैंने बात नहीं, ये हमारा हक है, वो देंगे तो ठीक है, नहीं तो लेंगे। सबसे बड़ी बात यह है। और जितने भी भाई हरियाणा से हैं और जितने भी पंजाब से मेरे भाई माताएं बहनें, जो नौजवान साथी, बड़े बुजुर्गों का मैं बार बार धन्यवाद करना चाहूँगा, जो पंजाब से आए हुए हैं। जो हमने वीडियो में कई बार देखा है कि जो 80-80 साल के बुजुर्ग हैं, जो बेचारे चल नहीं पाते, लेकिन वो लाठी के सहारे वो यहाँ तक पहुँचे हैं। मैं उनका तहे दिल से शुक्रिया अदा करता हूँ कि उन्होंने अपनी हक की लड़ाई के लिए यहाँ तक पहुँचे, दिल्ली के इस दरवाजे तक पहुँचे हैं। और भगवान ने चाहा, अगर मालिक ने चाहा तो बहुत जल्द जीत हो जाएगी। केडी जी, अगर मैं